ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੀ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਪੁੱਜੇ ਤੁਰਕੀ ਤੇ ਸੀਰੀਆ ਦੇ ਹਜ਼ਾਰਾਂ ਪ੍ਰਵਾਸੀ। ਅਮਰੀਕਾ 'ਚ ਜਹਾਜ਼ ਰਾਹੀਂ ਧਮਾਕੇ ਖੇਜ਼ ਸਮੱਗਰੀ ਲਿਜਾਣ ਦੇ ਯਤਨ ਵਿੱਚ ਇੱਕ ਗ੍ਰਿਫਤਾਰ। पाकिस्तान ਨੂੰ अमेरिका तो कोई मदद नहीं मिलनी चाहिए, निकी हेली का बयान। 1000 फुट तो डिग्गा लुफ्थांसा का जहाज। अमेरिकी विदेश मंत्री ने भारत विच मनुखी अधिकारां ते जताई चिंता, कहा लोकतंत्र विच आज़ादी जरूरी। दिल्ली च मिले अमेरिका ते रूस के विदेश मंत्री, गलबात के दौरान रही सशोपंज की स्थिति। एस जयशंकर ने अमेरिकी विदेश मंत्री एंटनी ब्लिंकन के नाल कीती मुलाकात। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਬੀਤੇ ਮਹੀਨੇ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਨੇ ਕਹਿਰ ਮਚਾ ਦਿੱਤਾ ਸੀ, ਜਿਸ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ ਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਕਈਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬੇਘਰ ਹੋਏ ਲੋਕਾਂ ਨੇ ਵਿਦੇਸ਼ਾਂ ਵੱਲ ਚਾਲੇ ਪਾਏ, ਜਿਨ੍ਹਾਂ ਵਿੱਚੋਂ ਹਜ਼ਾਰਾਂ ਲੋਕ ਕੈਨੇਡਾ ਪਹੁੰਚ ਗਏ, ਜਿੱਥੇ ਫੈਡਰਲ ਸਰਕਾਰ ਨੇ ਉਹਨਾਂ ਦਾ ਸਵਾਗਤ ਕੀਤਾ। ਸੰਘੀ ਪੁਲਿਸ ਵੱਲੋਂ ਅਮਰੀਕਾ ਦੇ ਪੈਨਸਿਲਵਾਨੀਆ ਰਾਜ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ, ਜੋ ਲਿਹਾਈ ਵੈਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਫਲੋਰੀਡਾ ਜਾ ਰਹੇ ਜਹਾਜ਼ ਵਿੱਚ ਕਥਿਤ ਤੌਰ ਤੇ ਧਮਾਕੇ ਖੇਜ਼ ਸਮੱਗਰੀ ਲਿਜਾਣ ਦੇ ਯਤਨ ਵਿੱਚ ਸੀ। ਪ੍ਰਾਪਤ ਵੇਰਵਿਆਂ ਦੇ ਅਨੁਸਾਰ ਮਾਰਕ ਨਾਮੀ ਵਿਅਕਤੀ ਦੇ ਸੂਟਕੇਸ ਵਿੱਚ ਧਮਾਕੇ ਖੇਜ਼ ਸਮੱਗਰੀ ਪਾਈ ਗਈ, ਜਿਸ ਉਪਰੰਤ ਖਤਰੇ ਦਾ ਅਲਾਰਮ ਵਜਾਇਆ ਗਿਆ। ਸੁਰੱਖਿਆ ਅਮਲੇ ਨੇ ਮਾਰਕ ਨੂੰ ਹਵਾਈ ਅੱਡੇ ਦੀ ਸਿਕਿਉਰਿਟੀ ਡੈਸਕ ਤੇ ਆਉਣ ਦੇ ਲਈ ਕਿਹਾ, परंतु वो नहीं आया। सीसीटीवी भी कैमरिਆਂ 'ਚ ਉਸਨੂੰ ਨਿਗਰਾਨੀ ਹਵਾਈ ਅੱਡੇ ਤੋਂ ਬਾਹਰ ਜਾਂਦਿਆਂ ਵੇਖਿਆ ਗਿਆ। ਬਾਅਦ ਵਿੱਚ ਉਸਨੂੰ FBI ਨੇ ਲੌਂਸਫੋਰਡ ਵਿਚਲੀ ਰਿਹਾਇਸ਼ ਤੋਂ ਬਿਨਾਂ ਕਿਸੇ ਅਣਸੁਖਾਵੀ ਘਟਨਾ ਦੇ ਗ੍ਰਿਫਤਾਰ ਕਰ ਲਿਆ। ਅਮਰੀਕਾ ਦੀ ਰਾਸ਼ਟਰਪਤੀ ਚੋਣ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ਵਿੱਚ ਸ਼ਾਮਲ ਭਾਰਤੀ ਅਮਰੀਕੀ ਨਿੱਕੀ ਹੇਲੀ ਨੇ ਕਿਹਾ ਕਿ ਪਾਕਿਸਤਾਨ 'ਚ ਘੱਟ ਤੋਂ ਘੱਟ 1 ਦਰਜਨ ਅੱਤਵਾਦੀ ਸੰਗਠਨ ਮੌਜੂਦ ਨੇ ਅਤੇ ਇਸ ਦੇਸ਼ ਨੂੰ ਅਮਰੀਕਾ ਤੋਂ ਮਦਦ ਨਹੀਂ ਮਿਲਣੀ ਚਾਹੀਦੀ। ਦੱਖਣੀ ਕੈਰੋਲੀਨਾ ਦੀ 2 ਵਾਰ ਗਵਰਨਰ ਰਹਿ ਚੁੱਕੀ ਹੇਲੀ ਨੇ ਸਾਲ 2024 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਲਈ ਪਿਛਲੇ ਮਹੀਨੇ ਰਸਮੀ ਤੌਰ ਤੇ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਸੀ। ਹੇਲੀ ਨੇ ਬੀਤੇ ਦਿਨ ਟਵੀਟ ਕੀਤਾ, ਪਾਕਿਸਤਾਨ 'ਚ ਘੱਟ ਤੋਂ ਘੱਟ 1 ਦਰਜਨ ਅੱਤਵਾਦੀ ਸੰਗਠਨ ਮੌਜੂਦ ਨੇ, ਉਸ ਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲਣੀ ਚਾਹੀਦੀ। ਪਿਛਲੇ ਕੁਝ ਦਿਨਾਂ ਤੋਂ ਹੇਲੀ ਅਮਰੀਕੀ ਵਿਦੇਸ਼ ਨੀਤੀ ਤੇ ਗੱਲ ਕਰ ਰਹੀ ਹੈ ਅਤੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੂੰ ਚਾਈਨਾ ਤੇ ਰੂਸ ਦੇ ਮਿੱਤਰ ਤੇ ਸਹਿਯੋਗੀ ਦੇਸ਼ਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦੇਣੀ ਚਾਹੀਦੀ। ਇਸ ਤੋਂ ਪਹਿਲਾਂ ਐਤਵਾਰ ਨੂੰ ਨਿਊਯਾਰਕ ਪੋਸਟ ਦੇ ਲਈ ਲਿਖੇ ਇੱਕ ਲੇਖ ਵਿੱਚ ਹੇਲੀ ਨੇ ਕਿਹਾ ਸੀਗਾ ਕਿ ਉਹ ਅਮਰੀਕਾ ਨੂੰ ਨਫ਼ਰਤ ਕਰਨ ਵਾਲੇ ਚੀਨ ਤੇ ਪਾਕਿਸਤਾਨ ਵਰਗੇ ਦੇਸ਼ਾਂ ਲਈ ਵਿੱਤ ਮਦਦ ਬੰਦ ਕਰ ਦੇਵੇਗੀ। ਲੁਫਥਾਂਸਾ ਦੀ ਇੱਕ ਉਡਾਣ ਨੂੰ 에ਅਰ ਟਰਬੂਲੈਂਸ ਤੋਂ ਬਾਅਦ ਵਾਸ਼ਿੰਗਟਨ ਡੁਲੇਸ ਇੰਟਰਨੈਸ਼ਨਲ ਏਅਰਪੋਰਟ ਵੱਲ ਡਾਇਵਰਟ ਕਰ ਦਿੱਤਾ ਗਿਆ ਸੀ ਅਤੇ ਜਹਾਜ਼ ਵਿੱਚ ਸਵਾਰ 7 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਫਲਾਈਟ 469 ਆਸਟਿਨ ਟੈਕਸਾਸ ਤੋਂ ਜਰਮਨੀ ਤੇ ਫਰੈਂਕਫਰਟ ਜਾ ਰਹੀ ਸੀ। ਉਦੋਂ ਹੀ ਗੜਬੜੀ ਕਾਰਨ ਕੁਝ ਯਾਤਰੀ ਗੰਭੀਰ ਜ਼ਖਮੀ ਹੋਏ, ਜਿਸ ਤੋਂ ਬਾਅਦ ਫਲਾਈਟ ਨੂੰ ਵਰਜੀਨੀਆ ਦੇ ਹਵਾਈ ਅੱਡੇ ਤੇ ਸੁਰੱਖਿਅਤ ਉਤਾਰਿਆ ਗਿਆ। ਟੇਕ ਆਫ ਦੇ ਲਗਭਗ 90 ਮਿੰਟ ਬਾਅਦ ਇੱਕ ਛੋਟੀ ਪਰ ਗੰਭੀਰ ਗੜਬੜ ਪੈਦਾ ਹੋਈ ਔਰ ਜਿਸ ਕਾਰਨ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਇੱਕ ਬਿਆਨ 'ਚ ਕਿਹਾ ਕਿ ਏਅਰਬਸ A330 ਨੇ 37,000 ਫੁੱਟ ਦੀ ਉਚਾਈ ਤੇ ਗੰਭੀਰ ਗੜਬੜੀ ਦੀ ਰਿਪੋਰਟ ਕੀਤੀ। ਏਜੰਸੀ ਇਸ ਦੀ ਜਾਂਚ ਕਰ ਰਹੀ ਹੈ। ਆਸਟਿਨ ਦੇ 34 ਸਾਲਾ ਯਾਤਰੀ ਸੁਜ਼ਾਨ ਨੇ ਕਿਹਾ ਕਿ ਇੱਕ ਪਾਇਲਟ ਨੇ ਕੈਬਿਨ ਨੂੰ ਦੱਸਿਆ ਕਿ ਅਚਾਨਕ ਵਾਪਰੀ ਘਟਨਾ ਦੇ ਦੌਰਾਨ ਜਹਾਜ਼ ਲਗਭਗ 1000 ਫੁੱਟ ਹੇਠਾਂ ਆ ਗਿਆ। ਜ਼ਿਮਰਮੈਨ 5 ਮਹੀਨਿਆਂ ਦੀ ਗਰਭਵਤੀ ਹੈ, ਜਿਸਨੇ ਦੱਸਿਆ ਕਿ ਖਾਣੇ ਦੇ ਦੌਰਾਨ ਅਚਾਨਕ ਹਵਾ ਚੱਲੀ ਅਤੇ ਜਹਾਜ਼ ਦੀ ਉਚਾਈ ਵੱਧ ਗਈ, ਜਿਸ ਤੋਂ ਬਾਅਦ ਅਸੀਂ 1000 ਫੁੱਟ ਹੇਠਾਂ ਡਿੱਗ ਗਏ। ਉਹਨਾਂ ਨੇ ਦੱਸਿਆ ਕਿ 2 ਵਾਰ ਅਜਿਹਾ ਲੱਗ ਰਿਹਾ ਸੀਗਾ ਕਿ ਜਹਾਜ਼ ਅਚਾਨਕ ਹੇਠਾਂ ਡਿੱਗ ਰਿਹਾ। ਇਸ ਦੌਰਾਨ ਲੋਕ ਰੌਲਾ ਪਾ ਰਹੇ ਸੀ। ਇਹ ਕਾਫੀ ਹੈਰਾਨ ਕਰਨ ਵਾਲਾ ਸੀ। ਚੰਗੀ ਗੱਲ ਇਹ ਹੈ ਕਿ ਅਸੀਂ ਠੀਕ ਹਾਂ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ, ਜਿਸ ਨੂੰ ਦੇਖ ਕੇ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫਲਾਈਟ ਵਿੱਚ ਖਾਣਾ ਬੁਰੀ ਤਰ੍ਹਾਂ ਖਿਲ ਰਿਹਾ ਪਿਆ ਹੈ। ਇਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਗੜਬੜ ਬਹੁਤ ਗੰਭੀਰ
ਗੰਭੀਰ ਸੀ। 에ਅਰ ਟਰਬੂਲੈਂਸ ਦੇ ਦੌਰਾਨ ਜਹਾਜ਼ ਵਿੱਚ ਝਟਕੇ ਲੱਗਣ ਲੱਗਦੇ ਨੇ ਅਤੇ ਇਹ ਉੱਪਰ ਹੇਠਾਂ ਵੀ ਹੋਣ ਲੱਗ ਪੈਂਦਾ ਹੈ। ਕਈ ਵਾਰ ਇਹ ਬਹੁਤ ਜ਼ਿਆਦਾ ਤਾਂ ਕਈ ਵਾਰ ਘੱਟ ਹੁੰਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦਿੱਲੀ 'ਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਦੌਰਾਨ ਦੋਵਾਂ ਵਿਚਾਲੇ ਕਈ ਗੰਭੀਰ ਮੁੱਦਿਆਂ ਤੇ ਚਰਚਾ ਹੋਈ। ਐਂਟਨੀ ਨੇ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਤੇ ਰੂਸ ਤੇ ਯੂਕਰੇਨ ਦੇ ਦਰਮਿਆਨ ਚੱਲ ਰਹੀ ਜੰਗ ਬਾਰੇ ਵਿਸਥਾਰ 'ਚ ਚਰਚਾ ਕੀਤੀ। ਜੈਸ਼ੰਕਰ ਦੇ ਨਾਲ ਮੁਲਾਕਾਤ ਤੋਂ ਬਾਅਦ ਐਂਟਨੀ ਨੇ ਕਿਹਾ, ਅਸੀਂ ਭਾਰਤੀ ਹਮਰੁਤਬਾ ਦੇ ਨਾਲ ਨਿਯਮਿਤ ਗੱਲਬਾਤ ਕਰ ਰਹੇ ਹਾਂ। ਅਸੀਂ ਭਾਰਤ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਨੂੰ ਕਾਇਮ ਰੱਖਣ ਦੇ ਲਈ ਉਤਸ਼ਾਹਿਤ ਕਰ ਰਹੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ। ਇਸ ਦੌਰਾਨ ਐਂਟਨੀ ਨੇ ਇਹ ਵੀ ਕਿਹਾ ਕਿ ਇਹ ਉਹ ਮੁੱਦਾ ਹੈ ਜਿਸ ਬਾਰੇ ਉਹਨਾਂ ਨੇ ਐਸ ਜੈਸ਼ੰਕਰ ਦੇ ਨਾਲ ਗੱਲ ਕੀਤੀ ਹੈ। ਐਂਟਨੀ ਨੇ ਅੱਗੇ ਕਿਹਾ, ਸਾਨੂੰ ਆਪਣੇ ਆਪ ਨੂੰ ਮੂਲ ਮੱਲਾਂ ਤੇ ਕਾਇਮ ਰੱਖਣਾ ਪਏਗਾ ਜਿਸ ਵਿੱਚ ਮਨੁੱਖੀ ਅਧਿਕਾਰਾਂ ਦਾ ਵੀ ਸਨਮਾਨ ਹੋਵੇ। ਮਨੁੱਖੀ ਅਧਿਕਾਰਾਂ ਵਿੱਚ ਬੋਲਣ ਦੀ ਆਜ਼ਾਦੀ, ਧਰਮ ਦੀ ਆਜ਼ਾਦੀ ਤੇ ਅਸੈਂਬਲੀ ਦੀ ਆਜ਼ਾਦੀ ਸ਼ਾਮਲ ਹੋਣੀ ਚਾਹੀਦੀ ਹੈ। ਇਸ ਦੌਰਾਨ ਉਹਨਾਂ ਨੇ ਭਾਰਤ ਅਤੇ ਅਮਰੀਕਾ ਨੂੰ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਦੱਸਦਿਆਂ ਕਿਹਾ ਕਿ ਅਜਿਹਾ ਕਰਨਾ ਸਾਡੀ ਜ਼ਿੰਮੇਵਾਰੀ ਹੈ। ਯੁੱਧ ਖਤਮ ਕਰਨ ਅਤੇ ਰੂਸੀ ਰਾਸ਼ਟਰਪਤੀ ਤੇ ਟਿੱਪਣੀਆਂ ਕਰਦਿਆਂ ਉਹਨਾਂ ਨੇ ਕਿਹਾ, ਹਰ ਦੇਸ਼ ਰੂਸ ਦੇ ਹਮਲੇ ਦੀ ਕੀਮਤ ਚੁਕਾ ਰਿਹਾ। ਇੱਕ ਯੁੱਧ ਜਿਸ ਨੂੰ ਰਾਸ਼ਟਰਪਤੀ ਪੁਤਿਨ ਕੱਲ ਖਤਮ ਕਰ ਸਕਦੇ ਸੀ ਜੇਕਰ ਉਹਨਾਂ ਨੇ ਅਜਿਹਾ ਕਰਨ ਦਾ ਫੈਸਲਾ ਲਿਆ। ਅਸੀਂ ਇਸ ਨੂੰ ਰੋਕਣ ਦੇ ਲਈ ਸਖਤ ਮਿਹਨਤ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੀਰਵਾਰ ਨੂੰ ਦਿੱਲੀ 'ਚ ਸੰਖੇਪ ਬੈਠਕ ਕੀਤੀ। ਯੂਕਰੇਨ ਵਿਵਾਦ ਦੇ ਦੌਰਾਨ ਪਿਛਲੇ ਕੁਝ ਮਹੀਨਿਆਂ 'ਚ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਮੀਟਿੰਗ ਸੀ। ਸਮਝਿਆ ਜਾਂਦਾ ਹੈ ਕਿ ਦੋਵਾਂ ਨੇਤਾਵਾਂ ਨੇ ਲਗਭਗ 10 ਮਿੰਟ ਤੱਕ ਗੱਲਬਾਤ ਕੀਤੀ ਅਤੇ ਬਲਿੰਕਨ ਨੇ ਲਾਵਰੋਵ ਨੂੰ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਸਮਰਥਨ ਦੇਣਾ ਜਾਰੀ ਰੱਖੇਗਾ। ਇੱਕ ਰੂਸੀ ਅਧਿਕਾਰੀ ਨੇ ਕਿਹਾ ਕਿ ਬਲਿੰਕਨ ਨੇ ਲਾਵਰੋਵ ਨੇ G20 ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਸੰਖੇਪ ਗੱਲਬਾਤ ਕੀਤੀ। ਰੂਸੀ ਬੁਲਾਰਾ ਮਾਰੀਆ ਨੇ ਕਿਹਾ ਕਿ ਅਮਰੀਕਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ G20 ਬੈਠਕ ਦੇ ਦੂਜੇ ਸੈਸ਼ਨ ਦੇ ਦੌਰਾਨ ਵਿਦੇਸ਼ ਮੰਤਰੀ ਲਾਵਰੋਵ ਨਾਲ ਸੰਪਰਕ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਦੋਵੇਂ ਨੇਤਾ ਮਿਲੇ ਪਰ ਕੋਈ ਮੁਲਾਕਾਤ ਜਾਂ ਗੱਲਬਾਤ ਨਹੀਂ ਹੋਈ। ਦੋਵਾਂ ਨੇਤਾਵਾਂ ਦੀ ਮੁਲਾਕਾਤ ਰੂਸ ਵੱਲੋਂ ਪਰਮਾਣੂ ਹਥਿਆਰਾਂ ਤੇ ਅਮਰੀਕਾ ਦੇ ਨਾਲ ਨਿਊ ਸਟਾਰਟ ਸੰਧੀ ਨੂੰ ਆਪਣੀ ਹਿੱਸੇਦਾਰੀ ਨੂੰ ਮੁਅੱਤਲ ਕਰਨ ਦੇ ਐਲਾਨ ਤੋਂ ਇੱਕ ਹਫ਼ਤੇ ਬਾਅਦ ਹੋਈ। ਬਲਿੰਕਨ ਨੇ G20 ਬੈਠਕ ਨੂੰ ਕਿਹਾ, ਸਾਨੂੰ ਰੂਸ ਨੂੰ ਆਪਣੀ ਜੰਗ ਖਤਮ ਕਰਨ ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਆਰਥਿਕਤਾ ਸਥਿਰਤਾ ਦੀ ਖਾਤਰ ਯੂਕਰੇਨ ਤੇ ਫੌਜਾਂ ਨੂੰ ਵਾਪਸ ਬੁਲਾਉਣ ਦੇ ਲਈ ਕਹਿਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਨਾਲ ਦੁਬੱਲੇ ਸੰਬੰਧਾਂ ਅਤੇ ਯੂਕਰੇਨ ਸੰਘਰਸ਼ ਸਮੇਤ ਵੱਖ-ਵੱਖ ਵਿਸ਼ਵ ਮੁੱਦਿਆਂ ਤੇ ਗੱਲਬਾਤ ਕੀਤੀ। ਇਹ ਬੈਠਕ ਰਾਸ਼ਟਰੀ ਰਾਜਧਾਨੀ G20 ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਪਰੇ ਹੋਈ। ਜੈਸ਼ੰਕਰ ਨੇ ਟਵੀਟ ਕੀਤਾ, ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਦੁਬੱਲੇ ਸੰਬੰਧਾਂ ਦੀ ਸਮੀਖਿਆ ਕਰਨ ਅਤੇ ਗਲੋਬਲ ਮੁੱਦਿਆਂ ਤੇ ਚਰਚਾ ਕਰਨ ਦਾ ਮੌਕਾ ਮਿਲਿਆ। ਸਮਝਿਆ ਜਾਂਦਾ ਹੈ ਕਿ ਗੱਲਬਾਤ ਵਿੱਚ ਯੂਕਰੇਨ ਵਿਵਾਦ ਅਤੇ G20 ਦੇ ਲਈ ਭਾਰਤ ਦੇ ਏਜੰਡੇ ਤੇ ਚਰਚਾ ਹੋਈ। ਬਲਿੰਕਨ G20 ਵਿਦੇਸ਼ ਮੰਤਰੀਆਂ ਦੀ ਇੱਕ ਮਹੱਤਵਪੂਰਨ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੁੱਧਵਾਰ ਰਾਤ ਨੂੰ ਰਾਸ਼ਟਰੀ ਰਾਜਧਾਨੀ ਪਹੁੰਚੇ ਸੀ। ਇਹ ਬੈਠਕ ਯੂਕਰੇਨ ਵਿਵਾਦ ਨੂੰ ਲੈ ਕੇ ਪੱਛਮੀ ਦੇਸ਼ਾਂ ਤੇ ਰੂਸ ਚੀਨ ਗੱਠਜੋੜ ਵਿਚਾਲੇ ਤਣਾਅ ਦੇ ਵਿਛੋਕੜ 'ਚ ਹੋ ਰਹੀ ਹੈ। ਬਲਿੰਕਨ ਦੇ ਸ਼ੁੱਕਰਵਾਰ ਨੂੰ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਵੀ ਹੈ। G20 ਬੈਠਕ ਦੇ ਪਹਿਲੇ ਸੈਸ਼ਨ 'ਚ ਸ਼ਾਮਲ ਹੋਣ ਤੋਂ ਬਾਅਦ ਬਲਿੰਕਨ ਨੇ ਟਵੀਟ ਕੀਤਾ, ਮੈਂ ਅੱਜ G20 'ਚ ਦੋ ਮੁੱਖ ਕਾਰਨਾਂ ਕਰਕੇ ਕਿਹਾ। ਪਹਿਲਾ, ਇਹ ਯਕੀਨ ਕਰਨ ਦੇ ਲਈ ਕਿ ਭਾਰਤ ਦੀ ਪ੍ਰਧਾਨਗੀ ਹੇਠ G20 ਸਾਡੇ ਟੀਚਿਆਂ ਨੂੰ ਅੱਗੇ ਵਧਾਏ ਅਤੇ ਦੂਜਾ ਇਹ ਦੱਸਣ ਦੇ ਲਈ ਕਿ ਕਿਵੇਂ ਅਮਰੀਕਾ ਸਾਡੇ ਭਾਈਵਾਲਾਂ ਦੇ ਨਾਲ ਮਿਲ ਕੇ ਦੁਨੀਆ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਿਹਾ ਹੈ। ਆਪਣੀ ਹੀ ਸਰਕਾਰ ਤੇ ਸਵਾਲ ਉਠਾਉਂਦੇ ਹੋਏ ਅਮਰੀਕਾ ਦੀ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦੇ MP ਨੇ ਕਿਹਾ ਕਿ ਭਾਰਤ ਵਿੱਚ ਅਮਰੀਕੀ ਰਾਜਦੂਤ ਦੀ 2 ਸਾਲਾਂ ਤੋਂ ਗੈਰ ਹਾਜ਼ਰੀ ਸ਼ਰਮਨਾਕ ਹੈ। ਉਹਨਾਂ ਨੇ ਕਿਹਾ ਕਿ ਜੇਕਰ ਐਰਿਕ ਗਾਰਸਟੇਟੀ ਦੇ ਨਾਂ ਨੂੰ ਸੈਨੇਟ ਤੋਂ ਮਨਜ਼ੂਰੀ ਨਹੀਂ ਮਿਲਦੀ ਤਾਂ ਸਾਨੂੰ ਕਿਸੇ ਹੋਰ ਬਰਾਬਰ ਦੇ ਯੋਗ ਵਿਅਕਤੀ ਨੂੰ ਭਾਰਤ ਵਿੱਚ ਰਾਜਦੂਤ ਨਿਯੁਕਤ ਕਰਨਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਲਾਸ ਏਂਜਲਸ ਦੇ ਸਾਬਕਾ ਮੇਅਰ ਐਰਿਕ ਨੂੰ ਭਾਰਤ ਵਿੱਚ ਅਮਰੀਕਾ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਹਾਲਾਂਕਿ ਗਾਰਸਟੇਟੀ ਦੇ ਨਾਂ ਨੂੰ ਸੈਨੇਟ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। ਵਾਈਟ ਹਾਊਸ ਨੇ ਬੀਤੀ ਦਿਨ ਐਰਿਕ ਗਾਰਸਟੇਟੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਭਾਰਤ ਵਿੱਚ ਅਮਰੀਕੀ ਰਾਜਦੂਤ ਦੇ ਰੂਪ ਵਿੱਚ ਕੰਮ ਕਰਨ ਦੇ ਯੋਗ ਨੇ। ਇਸ ਦਰਮਿਆਨ ਕਮੇਟੀ ਵਿੱਚ ਸ਼ਾਮਲ ਰਿਪਬਲਿਕਨ ਪਾਰਟੀ ਦੇ ਇੱਕ ਸੰਸਦ ਮੈਂਬਰ ਨੇ ਗਾਰਸਟੇਟੀ ਦੀ ਨਾਮਜ਼ਦਗੀ ਤੇ ਰੋਕ ਲਗਾ ਦਿੱਤੀ, ਜਿਸ ਦੇ ਚਲਦੇ ਇਸ ਮਾਮਲੇ ਤੇ ਕਮੇਟੀ 'ਚ ਵੋਟਾਂ ਪਾਉਣ ਨੂੰ 8 ਮਾਰਚ ਤੱਕ ਰੱਦ ਕਰ ਦਿੱਤਾ ਗਿਆ।
ਰਾਸ਼ਟਰਪਤੀ ਜੋ ਬਾਈਡਨ ਨੇ ਲਾਸ ਏਂਜਲਸ ਦੇ ਸਾਬਕਾ ਮੇਅਰ ਕੌਰਸੇਟੀ ਨੂੰ ਜੁਲਾਈ 2021 ਚ ਭਾਰਤ ਵਿੱਚ ਅਮਰੀਕੀ ਰਾਜਦੂਤ ਨਾਮਜ਼ਦ ਕੀਤਾ ਸੀ। ਉਹਨਾਂ ਦੀ ਨਾਮਜ਼ਦਗੀ ਦੇ ਪ੍ਰਸਤਾਵ ਨੂੰ ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਵਿੱਚ ਪੇਸ਼ ਨਹੀਂ ਕੀਤਾ ਗਿਆ ਕਿਉਂਕਿ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦੇ ਕੋਲ ਉਹਨਾਂ ਦੀ ਨਿਯੁਕਤੀ ਦੇ ਲਈ ਲੋੜੀਂਦਾ ਸਮਰਥਨ ਨਹੀਂ ਸੀ। ਅਮਰੀਕਾ ਵਿੱਚ ਭਾਰਤੀ ਮੂਲ ਦੇ ਇੰਜੀਨੀਅਰ ਨਿਸ਼ਾਦ ਸਿੰਘ ਨੇ ਧੋਖਾਧੜੀ ਦਾ ਗੁਨਾਹ ਕਬੂਲ ਕਰ ਲਿਆ, ਜਿਸ ਤੇ ਕ੍ਰਿਪਟੋ ਟ੍ਰੇਡਿੰਗ ਫਰਮ ਵਿੱਚ ਧੋਖਾਧੜੀ ਕਰਨ ਦੇ ਦੋਸ਼ ਲੱਗੇ ਸੀ। 27 ਸਾਲ ਦਾ ਨਿਸ਼ਾਦ ਸਿੰਘ FTX ਟ੍ਰੇਡਿੰਗ ਲਿਮਟਿਡ ਕੰਪਨੀ ਵਿੱਚ ਚੀਫ ਇੰਜੀਨੀਅਰ ਦੇ ਅਹੁਦੇ ਤੇ ਤਾਇਨਾਤ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ ਕ੍ਰਿਪਟੋ ਕਰੰਸੀ ਦੇ ਨਾਲ ਸੰਬੰਧਿਤ ਕੰਪਨੀ ਵਿੱਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ 27 ਸਾਲਾ ਇੰਜੀਨੀਅਰ ਨੂੰ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ। ਦੋਸ਼ੀ ਨਿਸ਼ਾਦ ਸਿੰਘ FTX ਟ੍ਰੇਡਿੰਗ ਲਿਮਟਿਡ ਦੇ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਸੀ ਤੇ FTX ਵਿੱਚ ਇੱਕ ਬਹੁ ਸਾਲਾ ਯੋਜਨਾ ਦੇ ਵਿੱਚ ਇਕੁਇਟੀ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ। ਸਿੰਘ ਸੈਮੂਅਲ ਬੈਂਕਮੈਨ ਫਰਾਈਡ ਅਤੇ ਗੈਰ ਵਾਂਗ ਨੇ ਮਿਲ ਕੇ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਸਾਲ ਦਸੰਬਰ ਦੇ ਵਿੱਚ ਫੈਡਰਲ ਅਧਿਕਾਰੀਆਂ ਨੇ ਬੈਂਕਮੈਨ ਫਰਾਈਡ ਤੇ FTX ਵਿੱਚ ਇਕੁਇਟੀ ਨਿਵੇਸ਼ਕਾਂ ਨੂੰ ਧੋਖਾ ਦੇਣ ਦੇ ਲਈ ਇੱਕ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਸੀ। SpaceX ਨੇ ਵੀਰਵਾਰ ਨੂੰ 4 ਪੁਲਾੜ ਯਾਤਰੀਆਂ ਨੂੰ ਨਾਸਾ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਿਆ। ਇਹਨਾਂ ਦੇ ਵਿੱਚ ਸੰਯੁਕਤ ਅਰਬ ਅਮੀਰਾਤ ਦਾ ਸੁਲਤਾਨ ਅਲ ਨਿਆਤੀ ਸ਼ਾਮਲ ਹੈ, ਜੋ 1 ਮਹੀਨੇ ਦੇ ਲਈ ISS ਦਾ ਦੌਰਾ ਕਰਨ ਵਾਲਾ ਅਰਬ ਸੰਸਾਰ ਦਾ ਪਹਿਲਾ ਪੁਲਾੜ ਯਾਤਰੀ ਹੈ। ਇੱਕ ਫਾਲਕਨ ਰਾਕੇਟ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਪੁਲਾੜ ਯਾਤਰੀਆਂ ਨੂੰ ਲੈ ਕੇ ਕੈਨੇਡੀ ਸਪੇਸ ਸੈਂਟਰ ਤੋਂ ਉਤਾਰਿਆ ਗਿਆ। ਇਹ ਰਾਕੇਟ 6 ਮਹੀਨੇ ਦੇ ਮਿਸ਼ਨ ਤੇ ਰਵਾਨਾ ਹੋਇਆ ਹੈ। ਪੁਲਾੜ ਯਾਤਰੀਆਂ ਨੂੰ ਪਹਿਲਾਂ ਸੋਮਵਾਰ ਨੂੰ ਲਾਂਚ ਕੀਤਾ ਜਾਣਾ ਸੀ, ਪਰ ਇੰਜਨ ਸਿਸਟਮ ਵਿੱਚ ਖਰਾਬੀ ਕਾਰਨ ਆਖਰੀ ਸਮੇਂ ਵਿੱਚ ਅਜਿਹਾ ਨਹੀਂ ਹੋ ਸਕਿਆ। ਇਹ ਪੁਲਾੜ ਯਾਤਰੀ ਅਕਤੂਬਰ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਮੌਜੂਦ ਜਾਪਾਨੀ ਚਾਲਕ ਦਲ ਦੀ ਥਾਂ ਲੈਣਗੇ। ਅਲ ਨਿਆਦੀ ਤੋਂ ਪਹਿਲਾਂ 2019 ਦੇ ਵਿੱਚ ਸੰਯੁਕਤ ਅਰਬ ਅਮੀਰਾਤ ਦਾ ਪਹਿਲਾ ਪੁਲਾੜ ਯਾਤਰੀ ਹਜ਼ਾ ਅਲ ਮਨਸੂਰੀ ਇੱਕ ਹਫ਼ਤੇ ਦੇ ਲਈ ਪਹਿਲੀ ਵਾਰ ਪੁਲਾੜ ਸਟੇਸ਼ਨ ਗਿਆ ਸੀ। ਸਪੇਸ ਸਟੇਸ਼ਨ ਦੇ ਪੰਧ ਤੇ ਪਹੁੰਚਣ ਤੋਂ ਬਾਅਦ ਨਿਆਦੀ ਨੇ ਅਰਬੀ ਵਿੱਚ ਅਤੇ ਫਿਰ ਅੰਗਰੇਜ਼ੀ ਵਿੱਚ ਧੰਨਵਾਦ ਦੀ ਪ੍ਰਗਟ ਕੀਤਾ। ਮਿਸ਼ੀਗਨ ਦੇ ਤੱਟ ਤੋਂ 1894 ਵਿੱਚ ਡੁੱਬਣ ਵਾਲੇ ਕਾਰਗੋ ਜਹਾਜ਼ ਆਇਰਨਟਨ ਦੇ ਅਵਸ਼ੇਸ਼ ਲੱਭ ਗਏ ਨੇ। ਹਾਦਸੇ ਵਿੱਚ ਚਾਲਕ ਦਲ ਦੇ ਸਿਰਫ 2 ਮੈਂਬਰ ਹੀ ਬਚੇ ਨੇ। ਇਸ ਦੀ ਥਾਂ ਤੇ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਉਸ ਥਾਂ ਦੀ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ, ਪਰ ਨਿਰਾਸ਼ਾ ਹੱਥ ਲੱਗੀ ਸੀ। ਹੁਣ 138 ਸਾਲਾਂ ਬਾਅਦ ਜਹਾਜ਼ ਦੇ ਅਵਸ਼ੇਸ਼ਾਂ ਦੀ ਖੋਜ ਕੀਤੀ ਗਈ। ਆਇਰਨਟਨ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸੀ, ਜੋ ਹੁਣ ਖਤਮ ਹੋ ਗਈਆਂ ਨੇ। ਨਿਊਜ਼ ਏਜੰਸੀ AP ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਤਿਹਾਸਕਾਰ ਅਤੇ ਪੁਰਾਤਤਵ ਵਿਗਿਆਨੀਆਂ ਦੀ ਇੱਕ ਟੀਮ ਨੇ ਸਾਲ 2019 ਚ ਜਹਾਜ਼ ਦੇ ਮਲਬੇ ਦਾ ਪਤਾ ਲਗਾਇਆ ਸੀ, ਜਿਸ ਤੋਂ ਬਾਅਦ ਮਲਬੇ ਨੂੰ ਸਕੈਨ ਕਰਨ ਅਤੇ ਰਿਕਾਰਡ ਕਰਨ ਦੇ ਲਈ ਰਿਮੋਟ ਕੈਮਰਿਆਂ ਦੀ ਵਰਤੋਂ ਕੀਤੀ ਗਈ। ਮਲਬੇ ਦਾ ਪਤਾ ਲਗਾਉਣ ਵਾਲੀ ਸੰਸਥਾ ਆਉਣ ਵਾਲੇ ਮਹੀਨਿਆਂ 'ਚ ਮਲਬੇ ਵਾਲੀਆਂ ਥਾਵਾਂ ਦੀ ਕੁੱਲ ਸੰਖਿਆ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕ੍ਰੈਸ਼ ਸਾਈਟ ਨੂੰ ਅਧਿਕਾਰਤ ਤੌਰ ਤੇ ਗੁਪਤ ਰੱਖਿਆ ਗਿਆ ਸੀ। ਇਸ ਨੂੰ ਗੋਤਾਖੋਰਾਂ ਦੀ ਪਹੁੰਚ ਤੋਂ ਬਾਹਰ ਰੱਖਣ ਅਤੇ ਸਹੀ ਢੰਗ ਦੇ ਨਾਲ ਦਸਤਾਵੇਜ਼ੀ ਬਣਾਉਣ ਦੇ ਲਈ ਖੋਜਕਰਤਾਵਾਂ ਦੇ ਦੁਆਰਾ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਮਾਲਵਾਹਕ ਜਹਾਜ਼ ਆਇਰਨਟਨ ਨੂੰ ਝੀਲ ਦੇ ਤਲ ਤੇ ਸਾਫ਼ ਦੇਖਿਆ ਜਾ ਸਕਦਾ ਹੈ। ਹਾਲਾਂਕਿ ਜਹਾਜ਼ ਵਿੱਚ ਕੋਈ ਮਨੁੱਖੀ ਅਵਸ਼ੇਸ਼ ਨਹੀਂ ਦੇਖਿਆ ਗਿਆ। G20 ਦੀ ਮੇਜ਼ਬਾਨੀ ਕਰ ਰਹੇ ਭਾਰਤ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸੂਤਰਾਂ ਦੇ ਮੁਤਾਬਕ 7 ਦੇਸ਼ਾਂ ਦੇ ਸਮੂਹ ਦੇਸ਼ਾਂ ਨੇ ਰੂਸ ਦੇ ਨਾਲ ਤਿੱਖੇ ਮਤਭੇਦਾਂ ਦੇ ਕਾਰਨ ਫੈਮਿਲੀ ਫੋਟੋ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਮਹੱਤਵਪੂਰਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਯੂਕਰੇਨ ਮੁੱਦੇ ਤੇ ਮਤਭੇਦਾਂ ਦੇ ਕਾਰਨ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬੈਠਕ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਰਿਪੋਰਟ ਦੇ ਮੁਤਾਬਕ ਦਿੱਲੀ ਵਿੱਚ ਚੱਲ ਰਹੀ G20 ਬੈਠਕ 'ਚ ਹਿੱਸਾ ਲੈ ਰਹੇ ਸਮੂਹ 7 ਦੇਸ਼ਾਂ ਦੇ ਵਿਦੇਸ਼ ਮੰਤਰੀ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਫੋਟੋ ਫਰੇਮ ਸ਼ੇਅਰ ਕਰਨ ਦੇ ਲਈ ਤਿਆਰ ਨਹੀਂ ਹੋਣਗੇ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ G20 ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਰਵਾਇਤੀ ਫੋਟੋ ਸੈਸ਼ਨ ਨਹੀਂ ਹੋਣਾ। G7 ਦੇਸ਼ਾਂ ਵਿੱਚ ਅਮਰੀਕਾ, ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਸ਼ਾਮਲ ਨੇ। ਸੂਤਰਾਂ ਦੇ ਮੁਤਾਬਕ G7 ਨੇ ਇਹ ਫੈਸਲਾ ਯੂਕਰੇਨ ਵਿੱਚ ਰੂਸੀ ਹਮਲੇ ਅਤੇ ਰੂਸ ਦੇ ਨਾਲ ਤਿੱਖੇ ਮਤਭੇਦਾਂ ਕਾਰਨ ਲਿਆ। ਸੂਤਰਾਂ ਦੇ ਮੁਤਾਬਕ G7 ਦੇਸ਼ਾਂ ਨੇ ਫੈਸਲਾ ਕੀਤਾ ਹੈ ਕਿ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦਾ G20 ਸੈਸ਼ਨ ਨੂੰ ਸੰਬੋਧਨ ਕਰਨ ਸਮੇਂ
ਬਾਈਕਾਟ ਨਹੀਂ ਕਰਨਗੇ, ਸਗੋਂ ਉਹਨਾਂ ਦੇ ਮੰਤਰੀ ਉਹਨਾਂ ਸੈਸ਼ਨਾਂ ਦੇ ਦੌਰਾਨ ਉੱਥੇ ਹੀ ਰਹਿਣਗੇ, ਪਰ ਗਰੁੱਪ ਫੋਟੋਜ਼ ਦੇ ਵਿੱਚ ਹਿੱਸਾ ਨਾ ਲੈ ਕੇ ਰੂਸ ਨੂੰ ਅਲੱਗ-ਥਲੱਗ ਕਰਨ ਪ੍ਰਤੀ ਆਪਣਾ ਸਟੈਂਡ ਜ਼ਾਹਿਰ ਕਰਨਗੇ। ਇਸ ਤੋਂ ਪਹਿਲਾਂ 2022 ਚ ਇੰਡੋਨੇਸ਼ੀਆ ਦੇ ਬਾਲੀ 'ਚ ਹੋਈ G20 ਕਾਨਫਰੰਸ ਦੇ ਵਿੱਚ G7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਪਰਿਵਾਰਕ ਫੋਟੋ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਬਜਾਏ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਦੇ ਸੰਮੇਲਨ 'ਚ ਸ਼ਾਮਲ ਹੋਣ ਦੇ ਬਾਵਜੂਦ ਇੰਡੋਨੇਸ਼ੀਆ 'ਚ ਪੂਰੇ ਸੰਮੇਲਨ ਦੇ ਦੌਰਾਨ ਇੱਕ ਵੀ ਪਰਿਵਾਰਕ ਫੋਟੋ ਸੈਸ਼ਨ ਨਹੀਂ ਹੋਇਆ। ਕੈਨੇਡਾ ਦੇ ਸਰੀ ਦੇ ਵਿੱਚ ਰਹਿਣ ਵਾਲੇ ਪੰਜਾਬੀ ਜੋੜੇ ਹਰਭਜਨ ਸਿੰਘ ਪੂਰਵਾ ਤੇ ਉਹਨਾਂ ਦੀ ਪਤਨੀ ਸਵਰਨ ਕੌਰ ਪੂਰਵਾ ਦੀ ਖੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੇ $5 ਲੱਖ ਦੀ ਇਨਾਮੀ ਰਾਸ਼ੀ ਵਾਲੀ ਲੋਟਰੀ ਜਿੱਤ ਲਈ ਹੈ, ਜੋ ਕਿ ਸਰੀ ਦੇ 64 ਐਵਨਿਊ ਅਤੇ 144 ਸਟਰੀਟ ਸਥਿਤ 711 ਤੋਂ ਖਰੀਦੀ ਗਈ ਸੀ। ਹਰਭਜਨ ਸਿੰਘ ਦੇ ਮੁਤਾਬਕ ਲੋਟਰੀ ਜਿੱਤਣ ਦੀ ਖੁਸ਼ੀ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਪਤਨੀ ਸਵਰਨ ਕੌਰ ਦੇ ਨਾਲ ਸਾਂਝੀ ਕੀਤੀ ਅਤੇ ਉਹ ਇਸ ਜਿੱਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ। ਹੁਣ ਇਸ ਜਿੱਤ ਹੋਈ ਹੈ ਤਾਂ ਇਨਾਮੀ ਰਾਸ਼ੀ ਦੇ ਨਾਲ ਹਰਭਜਨ ਸਿੰਘ ਨੇ ਆਪਣੇ ਮੋਟਰਗੇਜ ਦਾ ਭੁਗਤਾਨ ਕਰਨ ਦੇ ਅਤੇ ਭਾਈਚਾਰੇ ਦੀ ਮਦਦ ਕਰਨ ਦੀ ਯੋਜਨਾ ਬਣਾਈ ਹੈ। ਸਤਿੰਦਰ ਸੱਤੀ ਟੈਲੀਵਿਜ਼ਨ ਇੰਡਸਟਰੀ ਦੇ ਵਿੱਚ ਵੱਡਾ ਨਾਮ ਸਥਾਪਿਤ ਕਰ ਚੁੱਕੇ ਨੇ। ਦੁਨੀਆ ਭਰ ਦੀਆਂ ਵੱਡੀਆਂ ਸਟੇਜਾਂ ਤੇ ਸੱਤੀ ਦੀ ਸ਼ਾਇਰੀ ਅਤੇ ਗਹਿਰੇ ਲਫ਼ਜ਼ਾਂ ਦੀ ਗੂੰਜ ਪੈਂਦੀ ਹੈ। ਅੱਜਕੱਲ੍ਹ ਸਤਿੰਦਰ ਸੱਤੀ ਦੀਆਂ ਸੋਸ਼ਲ ਮੀਡੀਆ ਤੇ ਪ੍ਰੇਰਨਾਦਾਇਕ ਪੋਸਟਾਂ ਅਕਸਰ ਚਰਚਾ 'ਚ ਰਹਿੰਦੀਆਂ ਨੇ, ਪਰ ਹੁਣ ਇੱਕ ਵਾਰ ਫਿਰ ਸਤਿੰਦਰ ਸੱਤੀ ਨੇ ਪੰਜਾਬੀ ਇੰਡਸਟਰੀ ਦਾ ਉਦੋਂ ਮਾਣ ਵਧਾਇਆ ਜਦੋਂ ਉਹਨਾਂ ਨੇ ਕੈਨੇਡਾ ਦੇ ਅਲਬਰਟਾ ਦੇ ਵਿੱਚ ਬੈਰਿਸਟਰ ਸੋਲਿਸਿਟਰ ਯਾਨੀ ਕਿ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਲ ਕੀਤਾ। ਅਲਬਰਟਾ 'ਚ ਓਥ ਸੈਰੇਮਨੀ ਦੇ ਦੌਰਾਨ ਉਹਨਾਂ ਨੂੰ ਵਕੀਲ ਦੀ ਸਹੁੰ ਚੁਕਾਈ ਗਈ। ਸਤਿੰਦਰ ਸੱਤੀ ਨੇ ਦੱਸਿਆ ਕਿ ਲੋਕ ਉਹਨਾਂ ਨੂੰ ਪੰਜਾਬੀ ਕਲਾਕਾਰ ਤੇ ਸਟੇਜ ਕਲਾਕਾਰ ਦੇ ਰੂਪ 'ਚ ਜਾਣਦੇ ਹੋਣਗੇ, ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਉਹਨਾਂ ਨੇ ਵਕਾਲਤ ਕੀਤੀ ਹੋਈ ਹੈ। ਉਹਨਾਂ ਨੇ ਦੱਸਿਆ ਕਿ ਕਰੋਨਾ ਕਾਲ ਦੇ 1.5 ਸਾਲ ਸਮੇਂ ਦੇ ਦੌਰਾਨ ਜਦੋਂ ਬਾਕੀ ਲੋਕਾਂ ਵਾਂਗ ਉਹ ਵੀ ਕੈਨੇਡਾ 'ਚ ਸਟਕ ਹੋ ਗਏ ਸੀ ਤਾਂ ਇਸ ਸਮੇਂ ਦੀ ਵਰਤੋਂ ਕਰਨ ਦੇ ਲਈ ਉਹਨਾਂ ਨੇ ਆਪਣੀ ਲਾਅ ਦੀ ਡਿਗਰੀ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ। ਮਿਸੀਸਾਗਾ ਦੀ ਮੇਅਰ ਬੌਨੀ ਕੈਰੋਂਬੀ ਨੇ ਸਿਆਸੀ ਮਾਹਿਰਾਂ ਦੇ ਕਿਆਸਿਆਂ ਨੂੰ ਰੱਦ ਕਰਦਿਆਂ ਸਾਫ਼ ਲਫ਼ਜ਼ਾਂ 'ਚ ਕਹਿ ਦਿੱਤਾ ਹੈ ਕਿ ਉਹ ਬਤੌਰ ਮੇਅਰ ਆਪਣੀਆਂ ਜ਼ਿੰਮੇਵਾਰੀਆਂ ਵੱਲ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਨੇ। ਬੌਨੀ ਤੋਂ ਪੁੱਛਿਆ ਗਿਆ ਸੀਗਾ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਨੇ। ਭਾਰਤ ਦਾ ਅਮਨ ਕੁਮਾਰ ਖੁਦ ਨੂੰ ਖੁਸ਼ਕਿਸਮਤ ਮੰਨ ਰਿਹਾ ਹੈ ਜੋ ਪਿਛਲੇ ਹਫ਼ਤੇ ਹਾਈਵੇ 401 ਤੇ ਵਾਪਰੇ ਖਤਰਨਾਕ ਹਾਦਸੇ ਵਿੱਚ ਬਾਲ-ਬਾਲ ਬਚ ਗਿਆ। ਉਹ ਹਾਦਸਾ ਅਮਨ ਕੁਮਾਰ ਦੇ ਡੈਸ਼ ਕੈਮ ਵਿੱਚ ਰਿਕਾਰਡ ਹੋ ਗਿਆ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਡਰਾਈਵਰ ਚੋਰੀ ਕੀਤੀ ਗੱਡੀ ਨੂੰ ਅਚਾਨਕ ਟਰੱਕ ਸਾਹਮਣੇ ਲਿਆ ਖੜੀ ਕਰਦਾ ਹੈ। ਕੈਨੇਡਾ ਵਿੱਚ ਅਲਬਰਟਾ ਬ੍ਰਿਟਿਸ਼ ਕੋਲੰਬੀਆ ਸਰਹੱਦ ਦੇ ਨਾਲ ਇੱਕ ਪਹਾੜ ਸਕੀ ਰਿਜ਼ੋਰਟ ਨੇੜੇ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆਉਣ ਕਾਰਨ 3 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਕੁੱਲ 10 ਲੋਕ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆਏ ਸੀ, ਜਿਨ੍ਹਾਂ ਵਿੱਚ ਇੱਕ ਗਾਈਡ ਨੂੰ ਛੱਡ ਕੇ ਬਾਕੀ ਸਾਰੇ ਵਿਦੇਸ਼ੀ ਨਾਗਰਿਕ ਸਨ। ਸੀਟੀਵੀ ਨਿਊਜ਼ ਨੇ ਪੁਲਿਸ ਦੇ ਹਵਾਲੇ ਦੇ ਨਾਲ ਕਿਹਾ ਕਿ ਕੁਝ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ, ਪਰ ਉਹਨਾਂ ਦੇ ਬਚਣ ਦੀ ਉਮੀਦ ਹੈ। ਪੁਲਿਸ ਨੇ ਕਿਹਾ ਕਿ ਪੀੜਤ ਪੈਨੋਰਾਮਾ ਮਾਊਂਟੇਨ ਰਿਜ਼ੋਰਟ ਦੇ ਨੇੜੇ ਹੈਲੀ ਸਕੀਇੰਗ ਕਰ ਰਹੇ ਸਨ ਜਦੋਂ ਅਚਾਨਕ ਬਰਫੀਲਾ ਤੂਫਾਨ ਆਇਆ। ਗਲੋਬਲ ਨਿਊਜ਼ ਦੇ ਅਨੁਸਾਰ ਜਰਮਨੀ ਦੇ ਵਿੱਚ ਇੱਕ ਨਗਰਪਾਲਿਕਾ ਦੇ ਮੇਅਰ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਵਿੱਚ ਬਰਫੀਲੇ ਤੂਫਾਨ ਕਾਰਨ ਉਸਦੇ ਭਾਈਚਾਰੇ ਦੇ 3 ਲੋਕਾਂ ਦੀ ਮੌਤ ਹੋ ਗਈ ਹੈ। ਕੈਨੇਡੀਅਨ ਅਵਲੈਂਚ ਸੈਂਟਰ ਦੇ ਅਨੁਸਾਰ ਕੈਨੇਡਾ ਵਿੱਚ ਹਰ ਸਾਲ ਬਰਫੀਲੇ ਤੂਫਾਨ ਕਾਰਨ ਔਸਤਨ 10 ਮੌਤਾਂ ਹੁੰਦੀਆਂ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਅਤੇ ਪੱਛਮੀ ਅਲਬਰਟਾ ਵਿੱਚ ਹੁੰਦੀਆਂ ਨੇ। ਇਸ ਸੀਜ਼ਨ ਵਿੱਚ ਹੁਣ ਤੱਕ ਬ੍ਰਿਟਿਸ਼ ਕੋਲੰਬੀਆ 'ਚ ਬਰਫੀਲੇ ਤੂਫਾਨ 'ਚ 12 ਲੋਕਾਂ ਦੀ ਮੌਤ ਹੋ ਗਈ ਹੈ, ਜੋ ਇਸ ਨੂੰ ਦਹਾਕਿਆਂ ਵਿੱਚ ਸਭ ਤੋਂ ਖਰਾਬ ਬਰਫੀਲੇ ਤੂਫਾਨਾਂ 'ਚੋਂ ਇੱਕ ਬਣਾਉਂਦਾ ਹੈ। ਕੈਨੇਡਾ ਗਈ ਮੰਗੇਤਰ ਦੇ ਵਿਆਹ ਤੋਂ ਮੁੱਕਰ ਜਾਣ ਕਾਰਨ ਇੱਕ ਨੌਜਵਾਨ ਅਦਾਲਤੀ ਕੰਪਲੈਕਸ ਵਿੱਚ ਟੈਂਕੀ ਤੇ ਚੜ੍ਹ ਗਿਆ, ਜਿਸ ਨੇ ਉੱਪਰੋਂ ਛਾਲ ਮਾਰਨ ਦੀ ਧਮਕੀ ਦਿੱਤੀ। ਨੌਜਵਾਨਾਂ ਨੂੰ ਟੈਂਕੀ ਤੇ ਚੜ੍ਹਿਆ ਦੇਖ ਕੇ ਉੱਥੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪੁੱਜ ਕੇ ਨੌਜਵਾਨ ਹਰਪ੍ਰੀਤ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਦੋਸ਼ ਲਗਾਇਆ ਕਿ ਉਸ ਦੀ ਮੰਗੇਤਰ ਉਸ ਨਾਲ 10 ਲੱਖ ਰੁਪਏ ਦੀ ਠੱਗੀ ਮਾਰ ਕੇ ਕੈਨੇਡਾ ਚਲੀ ਗਈ ਹੈ ਤੇ ਵਿਦੇਸ਼ੀ ਧਰਤੀ ਤੇ ਪੁੱਜਦੇ ਹੀ ਉਸਨੇ ਵਿਆਹ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਕਰੀਬ 1.5 ਘੰਟੇ ਬਾਅਦ ਹਰਪ੍ਰੀਤ ਦੇ ਦੋਸਤਾਂ ਨੇ ਉਸ ਨੂੰ ਮਨਾਇਆ ਤੇ ਹੇਠਾਂ ਉਤਾਰਿਆ। ਪੁਲਿਸ ਨੇ ਵੀ ਉਸ ਨੂੰ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਹਰਪ੍ਰੀਤ ਦੇ ਪਿਤਾ ਲక్ష్మణ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਉਕਤ ਲੜਕੀ ਨਾਲ ਮੰਗਣੀ ਕੀਤੀ ਸੀ, ਜੋ ਕਿ ਵਿਦੇਸ਼ ਜਾਣਾ ਚਾਹੁੰਦਾ ਸੀ। ਦੋਵਾਂ 'ਚ ਸਮਝੌਤਾ ਹੋਇਆ ਕਿ ਹਰਪ੍ਰੀਤ ਪੈਸੇ ਲਗਾ ਕੇ ਲੜਕੀ ਨੂੰ ਵਿਦੇਸ਼ ਭੇਜੇਗਾ ਤੇ ਬਾਅਦ ਵਿੱਚ ਲੜਕੀ ਹਰਪ੍ਰੀਤ ਨੂੰ ਕੈਨੇਡਾ ਬੁਲਾ ਲਏਗੀ। ਪੀੜਤ ਨੌਜਵਾਨ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਹਨਾਂ ਨੇ 10 ਲੱਖ ਰੁਪਏ ਖਰਚ ਕੇ ਲੜਕੀ ਨੂੰ ਵਿਦੇਸ਼ ਭੇਜਿਆ ਸੀ। ਵਿਰੋਧੀ ਧਿਰ ਦੇ ਐਮਪੀਜ਼ ਵੱਲੋਂ ਵੀਰਵਾਰ ਨੂੰ ਇੱਕ ਮਤਾ ਪਾਸ ਕਰਕੇ ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮਾਮਲੇ ਦੀ ਜਨਤਕ ਜਾਂਚ ਕਰਵਾਉਣ ਦਾ
फैसला किया गया। जिक्रयोग है कि चाइना वालों कैनेडा दीआं पिछलियां 2 चोणां 'ਚ दखलअंदाजी दीआं खबरां सामने आउण तो बाद भी उगे खुफिया अधिकारियों वालों यह दावा किया जाता है कि कनेडा की अखंडता नूं कोई नुकसान नहीं होया। NDP वालों लिआंदे मते दे विच चोणां दे दौरान विदेशी दखल के मामले की जनतक जांच करवाउण दी मंग की गई सी ते विरोधी पार्टियां वालों भी इस मते के पक्ष विच वोट पाई गई सी। प्रोसीजर एंड हाउस अफेयर्स कमेटी दीआं 2 मीटिंगां दे विच इस मामले उत्ते बहस तो बाद ये वोटिंग हुई। कमेटी वालों अजे भी इस फैसले बारे हाउस नूं जानकारी दित्ती जानी बाकी है, पर अजे भी सरकार उत्ते निर्भर करता है कि वह कमेटी की सलाह मनती है या नहीं। विरोधी धिरां दे MPs चाहुंदे ने कि जांच उस दिशा वाल ही जानी चाहिए है जिधर सबूत इसनूं लैके जांदे ने। MPs का कहना है कि इस दे नाल संबंधित नैशनल सिक्योरिटी दस्तावेज़ां नूं पेश किया जाना चाहिए है ते सरकारी ते सियासी पार्टियां दे संबंधित अधिकारियों की गवाही जरूरी है। NDP का कहना है कि हुण कैनेडा के इनक्वायरीज एक्ट तहत जांच करवाउणी है या नहीं, इस बारे फैसला करन दा हक ट्रूडो कोल है। ਵੀਰਵਾਰ ਨੂੰ ਜਾਰਜ ਟਾਊਨ ਡਿਸਟ੍ਰਿਕਟ ਹਾਈ ਸਕੂਲ ਦੀ ਇੱਕ ਕਲਾਸ ਵਿੱਚ ਹੋਏ ਹਿੰਸਕ ਹਮਲੇ 'ਚ ਇੱਕ ਵਿਦਿਆਰਥੀ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਐਂਬੂਲੈਂਸ ਰਾਹੀਂ ਟਰਾਮਾ ਸੈਂਟਰ ਲਿਜਾਇਆ ਗਿਆ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਹਾਲਟਨ ਪੁਲਿਸ ਕਾਂਸਟੇਬਲ ਸਟੀਵ ਨੇ ਦੱਸਿਆ ਕਿ ਇੱਕ ਮਸ਼ਕੂਕ ਕਲਾਸਰੂਮ ਵਿੱਚ ਦਾਖਲ ਹੋ ਗਿਆ ਤੇ ਉਸਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਇੱਕ ਵਿਦਿਆਰਥੀ ਉੱਤੇ ਹਮਲਾ ਕਰ ਦਿੱਤਾ। ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਮਲਾਵਰ ਸਕੂਲ ਦਾ ਹੀ ਕੋਈ ਵਿਦਿਆਰਥੀ ਸੀ ਜਾਂ ਕੋਈ ਬਾਹਰੀ ਵਿਅਕਤੀ ਸੀ। ਪੁਲਿਸ ਨੇ ਦੱਸਿਆ ਕਿ ਇਹ ਹਮਲਾ ਸੋਚ ਸਮਝ ਕੇ ਕੀਤਾ ਗਿਆ, ਪਰ ਉਹਨਾਂ ਨੇ ਇਸ ਦਾ ਸੰਭਾਵੀ ਕਾਰਨ ਨਹੀਂ ਦੱਸਿਆ। ਔਰੇਂਜ ਐਂਬੂਲੈਂਸ ਨੇ ਦੱਸਿਆ ਕਿ ਉਹਨਾਂ ਵੱਲੋਂ ਵਿਦਿਆਰਥੀ ਨੂੰ ਨਾਜ਼ੁਕ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ। ਜ਼ਖਮੀ ਵਿਦਿਆਰਥੀ ਦੀ ਉਮਰ ਤੇ ਲਿੰਗ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਸਕੂਲ ਨੂੰ ਦੁਪਹਿਰੇ 3 ਵਜੇ ਦੇ ਨੇੜੇ-ਤੇੜੇ ਲਾਕਡਾਊਨ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਮਸ਼ਕੂਕ ਫਰਾਰ ਹੈ, ਪਰ ਉਹ ਜਾਣਦੇ ਨੇ ਕਿ ਉਹਨਾਂ ਨੂੰ ਕਿਸ ਦੀ ਭਾਲ ਹੈ। पाकिस्तान के प्रधानमंत्री शहबाज शरीफ ने सरदार रमेश सिंह अरोड़ा नूं दुनिया भर के सिख श्रद्धालुओं नूं आकर्षित करने के लिए करतारपुर लांघे लिए पहले राजदूत नियुक्त किया है। बुधवार नूं जारी हुक्म दे विच जानकारी दी गई सी। पाकिस्तान के प्रधानमंत्री वालों जारी हुक्मां विच किया गया है कि सरदार रमेश सिंह अरोड़ा इत्थे ऑनरेरी आधार ते काम करनगे। अरोड़ा करतारपुर के रहने वाले ने अते पाकिस्तान मुस्लिम लीग के घट गिणती विंग के केंद्रीय जनरल सकत्तर भी ने। उन्हां दा परिवार करतारपुर विखे सिख पवित्र स्थानां की सुरक्षा ते भलाई दे नाल जुड़िया होया है। उन्हां दी नियुक्ति इसलिए की गई है क्योंकि करतारपुर लांघा खुलण तो बाद पाकिस्तान सरकार खास करके भारत तो श्रद्धालुओं की जिन्नी गिणती की उम्मीद सी उन्नी नहीं आ रही है। महत्वपूर्ण गल यह है कि करतारपुर कॉरीडोर पाकिस्तान के गुरुद्वारा दरबार साहिब नूं भारत के पंजाब राज के गुरदासपुर जिला के डेरा बाबा नानक गुरुद्वारा साहिब के नाल जोड़ता है। सिख धर्म के बानी श्री गुरु नानक देव जी अपने जीवन के आखिरी सालों में करतारपुर साहिब विखे ठहरे सन। 4 किलोमीटर लंबा कॉरीडोर भारतीय सिख श्रद्धालुओं नूं दरबार साहिब के दर्शनों के लिए वीज़ा मुक्त पहुँच प्रदान करता है। 2019 में प्रधानमंत्री इमरान खान ने गुरु नानक देव जी के 550वें प्रकाश पुरब नूं मनाउण दे लई एक समारोह के दौरान करतारपुर कॉरीडोर का रस्मी उद्घाटन किया सी। प्रिंस हैरी ਅਤੇ ਉਹਨਾਂ ਦੀ ਪਤਨੀ ਮੇਗਨ ਨੂੰ ਬ੍ਰਿਟੇਨ ਦੇ ਸ਼ਾਹੀ ਮਹਿਲ ਵਿੰਡਸਰ ਅਸਟੇਟ ਤੋਂ ਬੇਦਖਲ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਕਿ ਹੁਣ ਪ੍ਰਿੰਸ ਹੈਰੀ ਦੀ ਬਰਤਾਨੀਆ ਵਿੱਚ ਕੋਈ ਥਾਂ ਨਹੀਂ ਬਚੀ ਹੈ। ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਇਸ ਸਮੇਂ ਅਮਰੀਕਾ 'ਚ ਰਹਿ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਵਿੰਡਸਰ ਅਸਟੇਟ ਵਿੱਚ ਸਥਿਤ ਫਰੋਗਮੋਰ ਕਾਟੇਜ ਨੂੰ ਮਰਹੂਮ ਮਹਾਰਾਣੀ ਐਲਿਜ਼ਾਬੈਥ II ਨੇ ਪ੍ਰਿੰਸ ਹੈਰੀ ਨੂੰ ਵਿਆਹ ਵਿੱਚ ਤੋਹਫੇ ਵਜੋਂ ਦਿੱਤਾ ਸੀ। ਫਰੋਗਮੋਰ ਕਾਟੇਜ ਦੇ ਮੁੜ ਨਿਰਮਾਣ ਤੇ 2.4 ਮਿਲੀਅਨ ਪਾਉਂਡ ਖਰਚ ਕੀਤੇ ਗਏ। ब्रिटिश मीडिया के मुताबिक हुणे महल प्रिंस एंड्रयू नूं देण दी पेशकश की गई है। प्रिंस एंड्रयू नूं मिलण वाली सालाना ग्रांट विच 2.5 लाख पाउंड की कटौती की जा सकती है, जिस कारण प्रिंस एंड्रयू अपने मौजूदा 30 कमरिਆਂ वाले रॉयल लॉज विच जाण दे लई मजबूर हो सकते हैं। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।